मेरे राम राए तू संतां का संत तेरे, मेरे राम राए तू संतां का संत तेरे। Still pending for investigation with CBI. Approximately 50 cases are pending in appeals in high courts. और ਜਿਹੜੇ ਫੈਕਟਸ ਨੇ ਉਹ ਵੀ ਤੁਹਾਡੇ ਅੱਗੇ ਰੱਖਣੇ ਪੈਣਗੇ। ਜਦੋਂ ਕਾਂਗਰਸ ਗਵਰਨਮੈਂਟ ਸੀਗੀ ਦੀ had almost finished all the cases, but when NDA government came into power in 1998, ਉਦੋਂ ਅਕਾਲੀ ਦਲ ਉਹਦੇ ਨਾਲ ਸਹਿਯੋਗੀ ਪਾਰਟੀ ਸੀ, ਉਸਨੇ ਇਹ ਇਸ਼ੂ ਨੂੰ ਰੇਸ ਕੀਤਾ ਟੂ ਪਨਿਸ਼ ਦੀ ਗਿਲਟੀ ਔਰ ਉਹਨਾਂ ਦੇ ਉੱਤੇ ਕੇਸਿਸ ਚਲਾਏ ਜਾਣ। Since all the cases were already either finished or spoiled, therefore it was necessary to appoint a commission of inquiry to reopen the cases. In 2000, Nanavati Commission was appointed, headed by a retired Supreme Court Judge, G.T. Nanavati. At that time, DSG-MC was also managed by Shiromani Akali Dal. DSG-MC formed a team of lawyers headed by Advocate H.S. Fulka, ਜਿਹੜੇ ਅੱਜ ਵੀ ਤੁਸੀਂ ਦੇਖਦੇ ਹੋ ਕਿ ਪੂਰੀ ਤਨਦੇਹੀ ਦੇ ਨਾਲ ਉੱਥੇ ਮੁਕੱਦਮੇ ਲੜ ਰਹੇ ਨੇ। DSG-MC also decided that a documentary material pertaining to November 1984 carnage, ਇਹਨੂੰ carnage ਕਹਿਣਾ ਚਾਹੀਦਾ, ਦੰਗੇ ਨਹੀਂ ਕਹਿਣੇ ਚਾਹੀਦੇ। Riots ਹੁੰਦੇ ਨੇ when two groups clashes with each other. But here it was a different case. It was a one-sided Holocaust ਕਹਿ ਲਓ, one-sided carnage ਕਹਿ ਲਓ, sponsored by the government, ਜਿਹੜੀ ਅਸੀਂ 84 'ਚ ਦੇਖੀ ਹੈ। ਇਹੋ ਜਿਹੇ ਹਾਲਾਤ ਕਦੀ ਨਹੀਂ ਹੋਏ ਕਿਉਂਕਿ ਦੰਗੇ ਨਹੀਂ ਸੀ, ਰਾਇਟਸ ਨਹੀਂ ਸੀ, ਕਿਉਂਕਿ ਦੋ ਧਿਰਾਂ ਦੀ ਲੜਾਈ ਨਹੀਂ ਸੀ, ਦੋ ਫਿਰਕਿਆਂ ਦੀ ਲੜਾਈ ਨਹੀਂ ਸੀ, ਇਹ one-sided ਸੀਗਾ। ਤੇ ਉਸ ਵੇਲੇ ਇਸ ਨੂੰ ਅਸੀਂ should be available on the material pertaining to 1984 carnage should be available on the net for easy access for the scholars, university students throughout the world. In 2002, the website carnage84.com was launched by DSG-MC, which was the brainchild of Sardar Kulmohn Singh, then General Secretary of Gurdwara Committee, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਫੁਲਕਾ ਜੀ ਨਾਲ ਮਿਲ ਕੇ ਔਰ ਹੋਰ ਜਿਹੜਿਆਂ ਨੇ ਇਨਕੁਆਇਰੀਆਂ ਕੀਤੀਆਂ ਸੀ ਉਹਨਾਂ ਤੋਂ ਮਿਲ ਕੇ ਇਕੱਠਾ ਕਰਕੇ ਇਹ ਪ੍ਰੋਗਰਾਮ ਬਣਾਇਆ। The carnage84.com was designed under the guidance of Mr. H.S. Fulka, and all major documents pertaining to November 1984 carnage are available on this website. ਹੁਣ ਜਿਹੜੇ ਵੱਡੇ ਲੀਡਰ ਨੇ, ਸੱਜਣ ਕੁਮਾਰ ਟਾਈਟਲਰ, ਵੱਡੇ ਦੋ ਲੀਡਰ ਮਰ ਗਏ, ਭਗਤ ਚਲੇ ਗਿਆ ਔਰ ਸ਼ਾਸਤਰੀ, ਧਰਮਦਾਸ ਸ਼ਾਸਤਰੀ, ਵੱਡੇ ਵੱਡੇ ਮਗਰਮੱਛ ਸਨ, ਲੇਕਿਨ ਸਰਕਾਰਾਂ ਨੇ ਕੋਈ ਮੁਕੱਦਮੇ ਚੱਲਣ ਨਹੀਂ ਦਿੱਤੇ, ਕੇਸਿਸ ਕਲੋਜ਼ ਕਰ ਦਿੱਤੇ। ਇਹ ਵਿੱਚ ਜਿਹੜੀ ਇੱਕ 5-6 ਸਾਲ ਦੀ ਜਿਹੜੀ NDA ਦੀ ਗਵਰਨਮੈਂਟ ਆਈ ਔਰ ਅਕਾਲੀ ਦਲ ਉਹਦੇ ਨਾਲ ਸੀ, ਉਦੋਂ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਇਹ ਕੇਸਿਸ ਖੋਲ੍ਹ ਸਕੀਏ। The status about the cases against the leaders, ਸੱਜਣ ਕੁਮਾਰ ਦੀ ਗੱਲ ਕਰ ਰਿਹਾ, one of the main culprits. Sultanpuri police station case, recording of evidence of the witnesses is about to start. ਤੁਸੀਂ ਇਹ ਦੇਖੋ ਕਿ 1984 ਤੋਂ ਅੱਜ ਕਿੰਨੇ ਸਾਲ ਹੋ ਗਏ ਨੇ ਤੇ ਹਲੇ ਵਿਟਨੈਸ ਦੀ ਸਟੇਟਮੈਂਟ ਰਿਕਾਰਡ ਹੋਣੀ ਹੈ ਤੇ ਕਦੋਂ ਕਾਨੂੰਨ ਮਿਲੇਗਾ, ਕਦੋਂ ਇਨਸਾਫ ਮਿਲੇਗਾ। ਇੱਕ ਵਿਟਨੈਸ ਪਿੱਛੇ ਉਹਦੀ ਡੈਥ ਹੋਈ ਹੈ, ਜਿਹੜੇ ਮਰਡਰਰਸ ਨੇ ਉਹਨਾਂ ਦੀ ਨੈਚੁਰਲ ਡੈਥ ਹੋ ਰਹੀ ਹੈ। ਕਈ ਵਿਟਨੈਸਿਸ ਇੰਨਾ ਲੰਬਾ ਸਮਾਂ ਕਿਹਨੂੰ ਕੋਈ ਗੱਲ ਯਾਦ ਰਹਿੰਦੀ ਹੈ। ਤੇ ਵਕੀਲ ਅੱਜ ਕੱਲ੍ਹ ਬਹੁਤ ਸਿਆਣੇ ਨੇ, ਜਦੋਂ ਇਹ ਕੇਸ ਜ਼ਿਲ੍ਹਾ 'ਤੇ ਆਉਣਗੇ, ਜਦੋਂ ਇਹ ਕੇਸ ਉਸ 'ਤੇ ਆਉਣਗੇ ਤੇ ਉਹਨਾਂ ਤੋਂ ਕਿਵੇਂ ਉਹਨਾਂ ਗਵਾਹਾਂ ਤੋਂ ਕੋਈ ਨਾ ਕੋਈ ਗਲਤ ਸਟੇਟਮੈਂਟ ਲੈਣੀ ਕਿੱਡੀ ਸੌਖੀ ਹੁੰਦੀ ਹੈ। ਬਟ ਦਿਸ ਇਜ਼ ਫॉर ਦੀ ਔਨ ਰਿਕਾਰਡ ਕਿ ਗਵਰਨਮੈਂਟ ਨੇ ਸਾਡੇ ਨਾਲ ਕੀ ਕੀਤਾ। The recording of the evidence of the witnesses is about to start, and the next date in these cases, the case 2 September 2013, 2 ਸਤੰਬਰ ਨੂੰ ਇਹਦੀ ਡੇਟ ਹੈ ਜਿਹਦੀ ਹਲੇ ਵਿਟਨੈਸ ਰਿਕਾਰਡ ਹੋਣੀ ਹੈ। ਦੂਜਾ ਕਿ ਇਹ ਸੁਲਤਾਨਪੁਰੀ ਪੁਲਿਸ ਸਟੇਸ਼ਨ ਦਾ ਸੀ, ਇੱਕ ਦਿੱਲੀ ਕੈਂਟ ਦਾ ਕੇਸ ਹੈ। ਸੱਜਣ ਕੁਮਾਰ ਇਜ਼ ਐਕਵਿਟਡ ਬਾਏ
ਟਰਾਇਲ ਕੋਰਟ ਤੁਸੀਂ ਪਿੱਛੇ ਦੇਖਿਆ ਹੋਣਾ ਜਦੋਂ ਨਿਰਪ੍ਰੀਤ ਕੌਰ ਧਰਨੇ ਤੇ ਬੈਠੀ ਸੀ ਤੇ ਦਿੱਲੀ 'ਚ ਅਕਾਲੀ ਦਲ ਨੇ ਜਿਵੇਂ ਇਹ ਜਹਾਦ ਛੇੜਿਆ ਸੀਗਾ, ਇਹ ਸਾਰਿਆਂ ਦੇ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਤਸ਼ੱਦਦ ਦੇ ਨਾਲ ਅਸੀਂ ਸਰਕਾਰ ਨੂੰ ਗੋਡਿਆਂ ਭਾਲ ਲਿਆਂਦਾ ਔਰ ਉਹਨਾਂ ਨੇ ਫਿਰ ਮੰਨੇ ਨੇ ਕਿ ਜਿੱਥੇ ਐਕਵਿਟ ਕੀਤਾ ਲੋਅਰ ਕੋਰਟ ਨੇ, CBI ਦੇ ਬਿਹਾਫ ਤੇ ਗਵਰਨਮੈਂਟ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਅਗਲੀ ਕੋਰਟ 'ਚ ਅਪੀਲ ਕਰ ਰਹੇ ਹਾਂ, ਹਾਈ ਕੋਰਟ 'ਚ ਅਪੀਲ ਕੀਤੀ ਹੋਈ ਹੈ, ਮੈਂ ਪੜ੍ਹਨ ਜਾ ਰਿਹਾ। ਦਿੱਲੀ ਕੈਂਟ ਕੇਸ, ਸੱਜਣ ਕੁਮਾਰ is acquitted by the trial court. Appeal has been filed in High Court and next date is 27th of August, ਇਸੇ ਮਹੀਨੇ ਦੀ। ਇਹ ਵੀ ਦਿੱਲੀ ਅਕਾਲੀ ਦਲ ਨੇ ਜਿੱਦਾਂ ਲੜਾਈ ਲੜੀ ਔਰ ਅਗਰ ਤੁਹਾਨੂੰ ਪਿੱਛੇ ਯਾਦ ਹੋਵੇ ਜਦੋਂ ਸੱਜਣ ਟਾਈਟਲਰ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਉਦੋਂ ਵੀ ਅਕਾਲੀ ਦਲ ਨੇ ਔਰ ਹੋਰ ਜਥੇਬੰਦੀਆਂ ਨੇ, ਜਿਹਦੇ 'ਚ ਸਾਡੇ ਜਰਨਲਿਸਟ ਸਾਹਿਬ ਜਰਨੈਲ ਸਿੰਘ ਹੋਰਾਂ ਨੇ ਵੀ, ਜਥੇਦਾਰ ਅਕਾਲ ਤਖਤ ਦੇ ਬਿਆਨ ਉਹਦੇ 'ਚ ਆਏ ਨੇ, ਸਾਰੀ ਕੌਮ ਨੂੰ ਇੱਕ ਝੰਡੇ ਥੱਲੇ ਆਉਣ ਨੂੰ ਕਿਹਾ ਔਰ ਉਹ ਟਿਕਟਾਂ ਕੈਂਸਲ ਹੋਈਆਂ, ਨਹੀਂ ਤੇ ਉਹ ਦੁਬਾਰਾ ਮੈਂਬਰ ਪਾਰਲੀਮੈਂਟ ਬਣ ਕੇ ਚੁਣੇ ਹੁੰਦੇ। ਉਹਦੇ ਬਾਅਦ ਤੀਸਰਾ ਨੰਗਲੋਈ ਪੁਲਿਸ ਸਟੇਸ਼ਨ ਕੇਸ, ਇਹ ਬੜਾ ਅਜੀਬ ਕੇਸ ਹੈ। Case of missing charge sheet. A charge sheet was prepared on 8th April 1992 for murder of 4 Sikhs. However, it has not been filed in court. Now the matter is still pending for investigation with CBI. अगर किसी की जेब कट जाए, अगर किसी ਨੂੰ ਮਾੜੀ ਜੀ ਸੱਟ ਲੱਗ ਜਾਏ ਔਰ ਮੁਕੱਦਮਾ ਰਜਿਸਟਰ ਹੋ ਜਾਵੇ ਤੇ ਕਾਨੂੰਨ ਹੈ ਹਿੰਦੁਸਤਾਨ ਦਾ ਕਿ 90 ਦਿਨਾਂ 'ਚ ਚਲਾਨ ਕੋਰਟ 'ਚ ਪੇਸ਼ ਹੋਣਾ ਚਾਹੀਦਾ। ਅੱਜ ਹਿਸਾਬ ਲਾ ਲਓ, ਇਹ ਜਿਹੜੀ FIR ਹੋਈ ਹੈ ਉਹ 8 ਅਪ੍ਰੈਲ 1992 ਨੂੰ ਹੋਈ ਹੈ। ਹੁਣ ਇਹਦੇ ਪਿੱਛੇ ਵੀ ਚੱਲੀਏ, ਨਹੀਂ 92 ਚਾਰਜ ਸ਼ੀਟ, ਸੌਰੀ। ਤੁਸੀਂ ਇਹ ਦੇਖੋ ਕਿ 84 'ਚ ਦੰਗੇ ਹੋਏ, 84 'ਚ ਬੰਦੇ ਮਾਰੇ, 84 ਤੋਂ ਲੈ ਕੇ 87 ਤੱਕ ਤੇ FIR ਦਰਜ ਨਹੀਂ ਹੋਈ। ਉਹ ਵੀ ਕਈ ਕਮਿਸ਼ਨ ਬੈਠੇ, ਕੋਰਟਾਂ 'ਚ ਜਾ ਕੇ ਲੜਨਾ ਪਿਆ ਤੇ ਤਾਂ 1987 'ਚ FIR ਦਰਜ ਹੋਈ। FIR ਦਰਜ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲਦੀ ਰਹੀ ਤੇ 1992 ਦੇ ਵਿੱਚ ਚਾਰਜ ਸ਼ੀਟ ਬਣ ਕੇ ਤਿਆਰ ਹੈ, 90 ਦਿਨਾਂ 'ਚ ਪੇਸ਼ ਹੋ ਜਾਣੀ ਚਾਹੀਦੀ ਹੈ। 1992 ਤੋਂ ਅੱਜ ਸਾਲ ਗਿਣ ਲਓ ਕਿੰਨੇ ਹੋ ਗਏ ਨੇ, ਹਲੇ ਤੱਕ ਉਹ ਚਾਰਜ ਸ਼ੀਟ ਜਿਹੜੀ ਹੈ ਉਹ ਕੋਰਟ ਦੇ ਵਿੱਚ ਨਹੀਂ ਗਈ, ਜਿਹਦੀ ਲੜਾਈ ਅਸੀਂ ਲੜਦੇ ਪਏ ਹਾਂ ਔਰ ਇਹ ਵੀ ਵਾਅਦਾ ਕਰਦੇ ਹਾਂ ਇਹ ਚਾਰਜ ਸ਼ੀਟ ਵੀ ਕੋਰਟ ਦੇ ਵਿੱਚ, ਕਿਉਂਕਿ ਹੁਣ ਉੱਥੇ ਸਰਕਾਰ ਅਕਾਲੀ ਦਲ ਦੀ ਦਿੱਲੀ ਦੀ ਗੁਰਦੁਆਰਾ ਕਮੇਟੀ ਦੀ ਸੇਵਾ ਮਿਲੀ ਹੈ, ਪਿਛਲੇ 12-15 ਸਾਲ ਛੱਡਦੀ ਹੈ ਜਿਹਦੇ ਕਰਕੇ ਕਾਣ ਹੋਇਆ, ਲੇਕਿਨ ਇਹ ਵਾਲੀ ਚਾਰਜ ਸ਼ੀਟ ਸਰਕਾਰ ਨੂੰ ਕੋਰਟ ਦੇ ਵਿੱਚ ਪੇਸ਼ ਕਰਨੀ ਪਏਗੀ, ਨਹੀਂ ਤੇ ਸਰਕਾਰ ਨੂੰ ਵੀ ਚੱਲਣਾ ਦੋਬਰ ਕਰ ਦਿਆਂਗੇ, ਦਿੱਲੀ ਦੇ ਵਿੱਚ ਚੱਲਣ ਨਹੀਂ ਦਿਆਂਗੇ ਅਸੀਂ। ਉਹਦੇ ਬਾਅਦ ਜਗਦੀਸ਼ ਟਾਈਟਰ ਦੇ, the court has rejected the clean chit given by CBI to Jagdish Taitar and has directed the CBI to record the evidence of victims, namely ਆਲਮ ਸਿੰਘ। ਇਹਦੇ ਜਰਾ ਧਿਆਨ ਨਾਲ ਸੁਣਨਾ, ਜੇ ਕੈਨੇਡਾ ਅਮਰੀਕਾ ਦੇ ਕੁਝ ਲੋਕ ਹੈ ਨੇ ਉਹਨਾਂ ਕੋਲੋਂ ਮਦਦ ਚਾਹੀਦੀ ਹੈ। Directed CBI to record the evidence of victims, namely ਆਲਮ ਸਿੰਘ, ਚੰਚਲ ਸਿੰਘ, ਸੰਤੋਖ ਸਿੰਘ and ਰੇਸ਼ਮ ਸਿੰਘ। Jagdish Taitar filed an appeal in High Court, but High Court did not grant stay against the investigation. उन्हें stay पाया सीगा कि रोकियां जान investigations, लेकिन High Court तो उन्हें stay नहीं मिलिया। Jagdish Taitar filed further appeal in Supreme Court to stay the investigation, but Supreme Court dismissed his appeal. दोवें कोर्टां च, High Court च भी ते Supreme Court च आ रहा। Now the investigation is being conducted by CBI. A team of CBI is, ਇਹ ਧਿਆਨ ਨਾਲ ਸੁਣਿਓ ਜੀ ਜਰਾ, the team of CBI is ready to go to USA to record the statements of victims, but the problem is till now the addresses of only Resham Singh is available. The addresses of Alam Singh, Chanchal Singh, Santokh Singh are not available, and CBI has asked us to help them in tracing the addresses of the victims so the investigation can further be proceeded. The thing is ਕਿ ਇਹ 3 ਬੰਦਿਆਂ ਦੇ ਐਡਰੈਸ ਸਾਨੂੰ ਨਹੀਂ ਲੱਭਦੇ ਪਏ, ਇਹ USA 'ਚ ਹੈਗੇ ਨੇ ਔਰ ਇਹਨਾਂ ਦੇ ਬਾਰੇ ਕਿਸੇ ਨੂੰ ਕੁਝ ਪਤਾ ਹੋਵੇ ਤੇ ਇਹਨਾਂ ਦੀ ਇਨਫੋਰਮੇਸ਼ਨ ਜ਼ਰੂਰ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ CBI ਨੂੰ ਪ੍ਰੋਵਾਈਡ ਕਰ ਸਕੀਏ। ਦੁਬਾਰਾ ਨਾ ਪੜ੍ਹ ਦਿੰਦਾ ਵਾਂ ਕਿ ਜਿਹੜੇ ਸਾਡੇ ਕੋਲ ਐਡਰੈਸਿਸ ਨਹੀਂ ਹੈਗੇ, ਸਿਰਫ ਰੇਸ਼ਮ ਸਿੰਘ ਦਾ ਅਵੇਲੇਬਲ ਹੈ। 3 ਬੰਦੇ ਨੇ, ਕਿਉਂਕਿ ਅੱਜ ਤੁਹਾਡਾ ਚੈਨਲ ਬੜੀ ਦੂਰ ਤੱਕ ਜਾਂਦਾ ਹੈ। The addresses of Alam Singh, Chanchal Singh,
ਸੰਤੋਖ ਸਿੰਘ, ਇਹ ਸਾਨੂੰ ਚਾਹੀਦੇ ਨੇ ਜਿਹੜੇ ਗਵਾਹ ਨੇ ਜਗਦੀਸ਼ ਟਾਈਟਰ ਦੇ ਕੇਸ ਵਿੱਚ। ਔਰ ਅਗਰ ਇਹ ਗਵਾਹ ਨਹੀਂ ਮਿਲੇ, ਐਡਰੈਸਿਸ ਨਹੀਂ ਮਿਲੇ, ਉਹਦੇ ਖਿਲਾਫ ਕੇਸ ਬੰਦ ਹੋ ਜਾਏਗਾ, ਕੇਸ ਡ੍ਰੌਪ ਹੋ ਜਾਏਗਾ। We request the organization like United Sikhs and other Sikh organization of USA to trace the addresses of Alam Singh, Chanchal Singh, Santokh Singh. We have to provide these addresses to CBI at the earliest, and if we do not provide these addresses, the CBI may again close the case, and then it will be very difficult to reopen these cases. Result being the biggest mastermind of the genocide may get scot-free, and if we are not able to trace Alam Singh, Santokh Singh, Chanchal Singh, all the Sikh organizations in USA should use their resources to trace their addresses.